हाँ जी, लास्ट ਆਪਾਂ ਜਿਹੜਾ 10th numerical ਕੀਤਾ ਬੇਟਾ, ਉਸ ਤੋਂ ਅੱਗੇ 11th numerical ਤੋਂ ਸ਼ੁਰੂ ਕਰ ਰਿਹਾ। 11th numerical ਤੁਹਾਡੇ ਕੋਲ ਹੈਗਾ ਜਿਹੜਾ, ਉਹ 'ਚ ਉਹਨੇ ਸਟੇਟਮੈਂਟ 'ਚ ਵਰਡ ਯੂਜ਼ ਕੀਤੇ ਆ, a passenger of mass 72.2 kilogram is riding in an elevator, ठीक है, is riding in an elevator while standing on a platform, ठीक है। What does the scale read when the elevator cab is descending with constant velocity, और दूसरा ने क्या, ascending with constant acceleration of 3.2 meter per second square। तो आप एक टॉपिक पढ़िया apparent weight of a man in a lift वाला, क्या याद आ? Yes, sir. Yes, sir. Yes, sir. ਉਹਦੇ ਮੈਂ ਇੱਕ ਵਾਰੀ ਫਾਰਮੂਲੇ ਤੇ ਡਿਸਕਸ ਕਰ ਰਿਹਾ, ਉਹ 'ਚ ਅਸੀਂ ਕੀਤਾ ਸੀਗਾ ਕਿ ਜੇ ਲਿਫਟ ਮੇਰੇ ਕੋਲ ਜਿਹੜੀ ਆ ਰੈਸਟ ਦੀ ਸਟੇਟ 'ਚ ਹੋਵੇ ਜਾਂ ਅਪਵਰਡ ਤੇ ਜਾਂ ਡਾਊਨਵਰਡ ਜਾਂਦੀ ਹੋਵੇ ਵਿਦ ਕਨਸਟੈਂਟ ਵੈਲੋਸਿਟੀ, ਤੇ ਉਦੋਂ ਬਾਡੀ ਦਾ ਜਿਹੜਾ ਐਪਰੈਂਟ weight ਆ, ਐਪਰੈਂਟ weight ਨੂੰ ਅਸੀਂ ਕਿਹਾ ਸੀ r ਨਾਲ ਲਿਖਦੇ ਆ, ਉਦੋਂ ਜਿਹੜਾ ਬਾਡੀ ਦਾ ਐਪਰੈਂਟ weight ਆ ਇਹ ਐਕਚੁਅਲ ਤੋਂ ਜ਼ਿਆਦਾ ਥੋੜਾ ਕਿ ਕੀ ਹੋਏਗਾ, Equal. ਇਕੁਅਲ Equal. ਜਿਹੜੀ ਐਪਰੈਂਟ weight ਤੇ ਐਕਚੁਅਲ weight ਜਿਹੜਾ ਇਕੁਅਲ ਸੀਗੇ। ਦੂਜਾ ਕੇਸ ਇਹ ਬਣਾਇਆ ਸੀਗਾ ਕਿ ਜਦੋਂ ਬਾਡੀ ਅਪਵਰਡ ਡਾਇਰੈਕਸ਼ਨ 'ਚ ਜਾਂਦੀ ਆ ਉਦੋਂ ਐਪਰੈਂਟ weight ਜਿਹੜਾ ਵਾ ਉਹ m * g + a ਕਰਕੇ ਆਂਦਾ, ਤੇ ਜਦੋਂ ਬਾਡੀ ਡਾਊਨਵਰਡ ਜਾਂਦੀ ਹੈ ਤੇ m * g - a ਕਰਕੇ ਆਂਦਾ। ਆ ਕਲੀਅਰ ਆ ਫਾਰਮੂਲੇ? Yes, sir. Yes, sir. Yes, sir. ਅਗਲਾ ਜਿਹੜਾ ਚਾਹੀਦਾ ਹੋਊਗਾ ਉਹ ਦੀ ਗੱਲ ਕਰੂ। ਹੁਣ ਇਸ ਨੂਮੈਰੀਕਲ 'ਚ ਉਹਨੇ ਕਿਹਾ ਸੀਗਾ ਪੈਸੇਂਜਰ ਦਾ ਮਾਸ ਦਿੱਤਾ ਆਪਾਂ ਨੂੰ, पैसेंजर ਦਾ ਮਾਸ ਦਿੱਤਾ ਉਹਨੇ 72.2 ਕਿਲੋਗ੍ਰਾਮ, ਔਰ ਉਸ ਤੋਂ ਬਾਅਦ ਉਹਨੇ ਤੁਹਾਡੇ ਕੋਲ ਕਿਹਾ ਜੀ ਐਲੀਵੇਟਰ ਦੇ ਅੰਦਰ ਮੂਵ ਕਰਦਾ ਪਿਆ, ਸਕੇਲ ਦੀ ਰੀਡਿੰਗ ਦੱਸਣੀ ਆ। ਇੱਕ ਵਾਰੀ ਜਦੋਂ ਐਸਐਚ ਥੱਲੇ ਨੂੰ ਆਂਦੀ ਪਈ ਲਿਫਟ ਵਿਦ ਕਨਸਟੈਂਟ ਵੈਲੋਸਿਟੀ, ਔਰ ਦੂਜੀ ਵਾਰੀ ਅਪਵਰਡ ਜਾਂਦੀ ਪਈ ਵਿਦ ਐਕਸਲਰੇਸ਼ਨ 3.2 ਮੀਟਰ ਪਰ ਸੈਕਿੰਡ ਸਕੁਅਰ, ਠੀਕ ਆ। ਹੁਣ ਜਿਹੜਾ ਪਹਿਲਾ ਪਾਰਟ ਆ ਉਹਦੇ ਚ ਆਪਣੇ ਕੋਲ ਜਦੋਂ ਕਾਂਸਟੈਂਟ ਵੈਲੋਸਿਟੀ ਆ ਤੇ ਯਾਨੀ ਆਪਣਾ ਐਪਰੈਂਟ ਤੇ ਐਕਚੁਅਲ weight ਇਕੁਅਲ ਆਣਾ ਸੀ। Yes, sir. यानी पहले केस के अंदर अपने को आ जाएगा we know that apparent weight is given by apparent weight r equal to mg, ਤੇ m और g अपने को दोनों है कि सिर्फ वैल्यू पुट अप करनी है। और सेकंड पार्ट ਦੇ ਅੰਦਰ apparent weight ਲਈ ਫਾਰਮੂਲਾ ਜਿਹੜਾ ਵਾ ਉਹ ਆਪਣਾ ਅਪਵਰਡ ਡਾਇਰੈਕਸ਼ਨ ਉਹਨੇ ਕਹੀ ਆ, ਇਸ ਲਈ g + a ਵਾਲਾ ਲਾ ਦਿਓ, ਹੋ ਜੋ। Yes, sir. Yes, sir. ਹੁਣ ਇਹ ਗੱਲ ਲਿਓ 9.8 ਰੱਖ ਲਿਓ ਕਿਉਂਕਿ ਆ ਡੈਸੀਮਲ ਦੇ ਵਿੱਚ ਹੈਗੀ ਹੈ ਵੈਲਿਊ ਤੇ ਨਾਲ ਹੀ ਐਡਜਸਟ ਹੋ ਜਾਣਗੇ। ਅਗਲਾ ਜਿਹੜਾ ਨੂਮੈਰੀਕਲ ਸੀਗਾ ਤੁਹਾਡੇ ਕੋਲ 12th ਕੁਐਸਚਨ ਨੇ ਕਿਹਾ ਸੀਗਾ ਲਿਫਟ ਆਫ ਮਾਸ 2000 ਕਿਲੋਗ੍ਰਾਮ ਇਜ਼ ਸਪੋਰਟਡ, हाँ जी, a lift of mass 2000 kilogram is supported by thick steel ropes of maximum upward supported by thick steel rope, full stop. If maximum upward acceleration of the lift is 1.2 meter per second square and the braking stress for the rope is 2.8 into 10 raised to power 8 Newton per meter square, माड़ा जा ध्यान ਨਾਲ ਸਮਝ ਲਿਓ क्वेश्चन। then what should be the minimum dimension of the rope, minimum diameter of the rope, ਮੈਂ ਨਾ ਕਲਾਣੀ ਪੈਣੀ। ਉਹਨੇ क्वेश्चन 'ਚ ਕਿਹਾ ਵਾ ਕਿ ਵੀ ਤੁਹਾਡੇ ਕੋਲ ਐਸਐਚ ਇੱਕ ਲਿਫਟ ਆ ਜਿਹਦਾ ਮਾਸ 2000 ਕਿਲੋਗ੍ਰਾਮ ਆ ਤੇ ਉਹਨੂੰ ਸਟੀਲ ਰੋਪ ਨਾਲ ਬੰਨਿਆ ਹੋਇਆ। ਯਾਨੀ ਜੇ ਆਪਾਂ ਫਿਗਰ ਵਾਈਜ਼ ਸੋਚੀਏ ਤੇ ਆ ਚੀਜ਼ ਨੂੰ ਇਦਾਂ ਕਹਤੀ ਬੇਟਾ, ਆ ਸਟੀਲ ਮੇਰੇ ਕੋਲ ਜਿਹੜੀ ਐਸਐਚ ਇੱਥੇ ਤੁਸੀਂ ਇਹਨੂੰ ਇਸ ਸਟੀਲ ਰੋਪ ਦੇ ਥਰੂ, ठीक है, यानी आ मेरी स्टील रोप आ जेदा कुछ ना कुछ डायामीटर होएगा, इस रोप दे नाल असीं इस लिफ्ट नूं बन्निया होया। लिफ्ट दा मास उहने जेड़ा दे दिता जिहदे करके इहदा वेट जेड़ा वा वो mg डाउनवर्ड आ जाएगा ते मास ऑफ लिफ्ट जेड़ा गिवन आ मास ऑफ लिफ्ट अपने कोल गिवन है 2000 किलोग्राम, ठीक है। ਤੇ ਜਦੋਂ ਲਿਫਟ ਦੇ ਐਸਐਚ ਇਹਦਾ ਮਾਸ ਕਰਕੇ ਇਹਦਾ weight ਡਾਊਨਵਰਡ ਆਏਗਾ ਤੇ ਸਟ੍ਰਿੰਗ ਚ ਕੀ ਬਿਲਟ ਅਪ ਹੋਏਗਾ, ਟੈਂਸ਼ਨ ਆ ਜਾਊ। ਯਾਨੀ ਇਸ ਸਟ੍ਰਿੰਗ ਦੇ ਅੰਦਰ ਸਾਡੇ ਕੋਲ ਜਿਹੜੀ ਕਹਿੰਦਾ ਜੀ ਟੈਂਸ਼ਨ ਬਿਲਟ ਅਪ ਹੋ ਜੂ ਅਪਵਰਡ ਡਾਇਰੈਕਸ਼ਨ ਚ। ਇਹ ਟੈਂਸ਼ਨ ਕਿੰਨਾ ਬੈਲੈਂਸ ਹੋਏਗੀ, 4
ओए टेंशन इस वेले किदे नाल बैलेंस होगी? तो जो इसका सर weight वेट नाल weight नाल। ठीक है, जे लिफ्ट रेस्ट दी स्टेट च आ फिर तां टेंशन ते वेट बराबर आ, पर साडी लिफ्ट अपवर्ड डायरेक्शन च एक्सेलरेट कर रही है। ते जे एक्सेलरेट कर रही है ते इहदा मतलब इहदे विच ਜਿਹੜਾ ਤੁਸੀਂ ਐਪਰੈਂਟ weight ਕਹਿੰਦੇ ਹੋ ਉਹ ਇਸ ਵੇਲੇ ਮੇਰੇ ਕੋਲ ਇਸ ਟੈਂਸ਼ਨ ਦੇ ਇਕੁਅਲ ਹੋਏਗਾ। ਠੀਕ ਹੈ, ਯਾਨੀ ਜਿਹੜਾ ਇਸ ਵੇਲੇ ਇਹਦੇ ਕਰਕੇ ਰੱਸੀ ਤੇ ਭਾਰ ਪੈਂਦਾ ਪਿਆ, ਰੱਸੀ ਤੇ ਜਿਹੜੀ ਖਿੱਚ ਪੈ ਰਹੀ ਹੈ ਬੇਟਾ, ਉਹ mg ਦੇ ਬਰਾਬਰ ਨਹੀਂ ਪੈ ਰਹੀ। ਠੀਕ ਹੈ, ਇਸ ਵੇਲੇ ਇਸ ਸਟ੍ਰਿੰਗ ਦੇ ਅੰਦਰ ਜਿਹੜੀ ਟੈਂਸ਼ਨ ਬਿਲਟ ਅਪ ਹੋਏਗੀ ਹੈ ਨਾ, ਉਹ m into g plus a ਵਾਲਾ ਕੇਸ ਬਣੂਗਾ। yes sir. यस सर ਆ ਇੱਕ ਲਾਈਨ ਤੁਹਾਡੇ ਸਮਝਣ ਵਾਲੀ ਮੇਨ ਹੈ ਕਿ ਇੰਨੀ ਗੱਲ ਸਮਝ ਲੱਗਦੀ ਪਈ। Yes sir. Yes sir. ਆਪਣੇ ਕੋਲ ਇਸ ਵੇਲੇ ਹੋਏਗਾ we know that tension produced in the string is given by T equal to m into g plus a। क्या इतनी गल क्लियर है? Yes sir. यस सर अगे की करेंगे उन्हें अपन की फाइंड आउट करने क्या जी, जल्दी जल्दी ਆਪਾਂ फाइंड आउट की करना, Minimum diameter. वो किथे जाके जोड़ूंगा मिनिमम डायमीटर की कंडीशन, कोई दसेगा? इथों जे ਆਪਾਂ ਕੱਢਣਾ ਹੋਵੇ ਆਪਣੇ ਕੋਲ ਇਹ ਆਪਣੇ ਕੁਐਸਚਨ ਚ ਗਿਵਨ ਆ एक्सेलरेशन अपने को दी हुई सी उन्हें कितनी, if maximum acceleration is 1.2 meter per second square। अगे एक उन्हें वर्ड यूज किया and breaking stress for the rope is 2.8 into 10 raised to power 8 Newton per meter square। ये बेटा की चीज गिवन है? प्रेशर कैसा है? बिल्कुल कह सकते, क्योंकि तुसी यूनिट तो पकड़ते पे हो है ना, न्यूटन पर मीटर स्क्वायर यानी फोर्स बाय एरिया प्रेशर ही हुंदा। उन्हें एक वर्ड लिखा स्ट्रेस। ठीक है, जे याद होवे तो मैं एक टर्म दसी सीगी स्ट्रेस जिहड़ी आ ये फोर्स पर यूनिट एरिया नहीं कहने, यानी जे मेरे को ऐसा चा मेरी वायर आ है ना, इहदे इत्ते मैं हुक लगा के इना कोई थले वेट लटकाना, उस वेट दे करके इहदे आ गिवन एरिया दे उपर ठीक है जी कितना जोर पैंदा पिया, यानी आ रस्सी दे उत्ते कितना जोर पै रहा वा है ना, वो इहदे गिवन एरिया ते कैलकुलेट करांगे। ठीक है, ओनू सी कहने हाउ मच फोर्स विल बी एक्टिंग पर यूनिट एरिया ऑफ क्रॉस सेक्शन ऑफ दिस वायर। वायर दे इस क्रॉस सेक्शनल एरिया ते फोर्स कितनी लगदी है, बेसिकली तो प्रेशर ही है, पर इत्थे ओनू सी स्ट्रेस कह दिंने। इन्नी गल समझ लगी बच्चे? Yes sir. Yes, उन्हें ये पूछा कि भी फिर जेडी तुसी वायर यूज करनी है थे आ वायर दा डायामीटर कितना, इथों जे मैं कड पावां केड़ा वेरिएबल निकलेगा मेरा? तो हां फोर्स निकल आई है, जेड़ा टेंशन आ वो निकलदी पई, ते दूजे पासे ब्रेकिंग स्ट्रेस जिन्हों फोर्स बाय एरिया लिख सकते हो। ब्रेकिंग स्ट्रेस की वैल्यू क्वेश्चन च दिती हुई आ, फोर्स तुसी इथों जिहड़ी लभ लई आ टेंशन ए यूज हो जानी ओवर एरिया, ते एरिया मेरे को पाई आर स्क्वायर, आर कट लिया ते डायमीटर भी निकल आएगा। ठीक है, इसका मतलब अपने को डिवेलप कर लो, करना की आ हुण इहदे अकॉर्डिंगली जे आपां टेंशन कढीए ते देयरफॉर वायर च टेंशन जिहड़ी आ मास देता उन्हें 2000, एक्सेलरेशन ड्यू टू ग्रेविटी की वैल्यू जिहड़ी आ वो ए दे अकॉर्डिंगली ले लो, ए अपने को गिवन है 1.2। ठीक है, इस वाला अपने को 9.8 प्लस 1.2 अपने को टेंशन कितनी बन गई जी? कोई बच्चे बोलिया करो पुत्र 11 22,000 22,000 न्यूटन इस वायर दे उत्ते टेंशन एक्ट करदी पई है। ठीक है, यानी फोर्स लगदी पई है, ते अगे तुसी लगा लो कंडीशन वी नो दैट ब्रेकिंग स्ट्रेस दी वैल्यू इनु सी फोर्स बाय एरिया पढ़ लेने हैं। क्लियर इन्नी गल?
Yes, sir. हाँ जी सर। Yes, sir. अपनी ब्रेकिंग स्ट्रेस ਦੀ ਵੈਲਿਊ ਜਿਹੜੀ ਕੁਐਸਚਨ ਚ ਆ ਉਹ ਦਿੱਤੀ ਹੋਈ ਆ ਆਪਣੇ ਕੋਲ 2.8 into 10 raised to power 8 फोर्स की थां ते टेंशन आ गई, ठीक है जी, और एरिया की थां ते पाई आर स्क्वायर ते जे डायामीटर की फॉर्म च लिखदा ते पाई डी स्क्वायर बाय 4 आ गया, ठीक है। आर की थां ते डी बाय 2 भर दियो ते तुहाडा फार्मूला इथों बन गया। इस मतलब आपां इथों डायामीटर कढना बच्चे, यानी डी स्क्वायर की वैल्यू मेरे को आ गई 4 into 22,000 over 3.14 into 2.8 into 10 raised to power 8 आ सॉल्व करके जो आजूगा अपना डायमीटर निकल आएगा जी। Yes, sir. जिन्होंने ट्राई किया सी हाँ जी सर। जिन्होंने ट्राई किया और डाउट सीगा क्या आ क्लियर है न्यूमेरिकल? Yes, sir. Yes, sir. चलो नेक्स्ट हैगा ਤੁਹਾਡੇ ਕੋਲ 13th न्यूमेरिकल। 13th ਦੇ ਅੰਦਰ ਉਹਨੇ ਆਪਾਂ ਨੂੰ 13 ਹੀ ਹੈ ਨਾ, ਹਾਂ 13 ਚ ਉਹਨੇ ਕਿਹਾ ਲਿਫਟ ਸਟਾਰਟ ਫਰਮ ਰੈਸਟ ਵਿਦ ਅ ਕਾਂਸਟੈਂਟ ਅਪਵਰਡ ਐਕਸਲਰੇਸ਼ਨ। ਨਾਲ ਹੀ ਦਿਮਾਗ 'ਚ ਇੱਕ ਚੀਜ਼ ਆਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਕਿ ਵੀ ਅਪਵਰਡ ਐਕਸਲਰੇਸ਼ਨ ਦਾ ਕੇਸ ਆ ਤੇ ਮਤਲਬ ਐਪਰੈਂਟ weight r equal to m into g plus a वाला केस बनना शुरू हो जाना। क्या गल समझ आ रही? Yes, sir. यस सर। चल ਉਹਨੇ ਕਿਹਾ ਜੀ ਲਿਫਟ ਰੈਸਟ ਤੋਂ ਸ਼ੁਰੂ ਹੋਈ ਆ ਔਰ ਉਹਦੀ ਅਪਵਰਡ ਕਾਂਸਟੈਂਟ ਐਕਸਲਰੇਸ਼ਨ ਹੈਗੀ ਆ। ਇਟ ਮੂਵ 1.5 ਮੀਟਰ ਇਨ ਦਾ ਕੀ ਲਿਖਿਆ ਇਟ ਮੂਵ ਕਹਿੰਦਾ ਜੀ 1.5 ਮੀਟਰ ਇਨ ਦਾ ਫਰਸਟ 0.4 ਸੈਕਿੰਡ। ਅ ਪਰਸਨ ਸਟੈਂਡਿੰਗ ਔਨ ਦਾ ਲਿਫਟ ਹੋਲਡ ਅ ਪੈਕੇਟ ਆਫ 2 ਕਿਲੋਗ੍ਰਾਮ ਬਾਈ ਅ ਸਟ੍ਰਿੰਗ। ਠੀਕ ਹੈ, ਉਹਦੇ ਅੰਦਰ ਲਿਫਟ ਦੇ ਇੱਕ ਬੰਦਾ ਖੜਾ ਵਾ 2 ਕਿਲੋਗ੍ਰਾਮ ਦਾ ਉਹਨੇ ਪੈਕੇਟ ਫੜਿਆ ਹੋਇਆ, ਠੀਕ ਹੈ ਜੀ, ਬਾਈ ਅ ਸਟ੍ਰਿੰਗ ਰੱਸੀ ਦੇ ਨਾਲ ਉਹ ਕਹਿੰਦਾ ਜੀ ਕਿਤੇ ਨਾ ਕਿਤੇ ਪੈਕੇਟ ਜਿਹੜਾ ਹੋਲਡ ਕੀਤਾ ਹੋਇਆ ਉਹਨੇ। ਕੈਲਕੂਲੇਟ ਦਾ ਟੈਂਸ਼ਨ ਇਨ ਦਾ ਸਟ੍ਰਿੰਗ ਡਿਊਰਿੰਗ ਦਾ ਮੋਸ਼ਨ। ਕੀ ਸੋਚਣਾ ਜੀ ਕੁਐਸਚਨ ਦੇ ਅੰਦਰ? ਜਲਦੀ ਜਲਦੀ ਕੋਈ ਟਰਾਈ ਕੀਤਾ ਕਿਸੇ ਨੇ? सर ये डाउट था। क्या किसी का ये न्यूमेरिकल सॉल्व हो गया कि नहीं होया? ये वाला मान्या, रिजुअल सर नहीं हुआ। नो सर। सर इसमें बस हमको ये पता है कि अपने फॉर्मूला m a plus g वाला आना है लिफ्ट बिल्कुल। वाला। ਹੁਣ ਪਰ ਉਹਦੇ ਵਿੱਚ ਇੱਕੋ ਚੀਜ਼ ਧਿਆਨ ਨਾਲ ਦੇਖੋ ਨਾ, ਪਹਿਲੋਂ ਉਹਨੇ ਤੁਹਾਨੂੰ ਕੁਐਸਚਨ ਦੇ ਅੰਦਰ ਜਦੋਂ ਤੁਸੀਂ ਉਹ ਫਾਰਮੂਲਾ ਲਗਾਉਣ ਲੱਗੇ ਹੋ, ਠੀਕ ਹੈ, ਨੋ ਡਾਊਟ ਇਹੀ ਫਾਰਮੂਲਾ ਲੱਗਣਾ। ਅਪਵਰਡ ਐਕਸਲਰੇਸ਼ਨ ਦਾ ਕੇਸ ਹੈਗਾ ਤੇ ਅਪਵਰਡ ਐਕਸਲਰੇਸ਼ਨ ਵਾਲੇ ਕੇਸ 'ਚ ਜਦੋਂ ਟੈਂਸ਼ਨ ਕੱਢਾਂਗੇ, ਠੀਕ ਆ, ਜਿਹੜੀ ਜੇ ਇਹਨਾਂ ਤੋਂ ਕੰਡੀਸ਼ਨ ਬਣਾਈਏ ਤੇ ਵੀ ਨੋ ਦੈਟ ਟੈਂਸ਼ਨ ਪ੍ਰੋਡਿਊਸਡ ਇਨ ਦਾ ਸਟ੍ਰਿੰਗ, tension in the string is given by T the formula m into g plus a। ठीक है जी, क्लियर है ना? यस सर। इस फॉर्मूले ਦੇ ਵਿੱਚੋਂ ਦੇਖੋ ਤੁਹਾਡੇ ਕੋਲ ਹੈਗਾ ਕੀ ਤੇ ਕੀ ਨਹੀਂ ਹੈਗਾ, ਕਿਹੜੀ ਚੀਜ਼ ਹੈਗੀ ਔਰ ਕਿਹੜੀ ਚੀਜ਼ ਨਹੀਂ ਹੈਗੀ। ਉਹ ਤਾਂ ਆਪਣੇ ਕੋਲ ਕਿਹੜਾ ਵੇਰੀਏਬਲ ਹੈਗਾ ਤੇ ਕਿਹੜਾ ਨਹੀਂ ਹੈਗਾ। ਪੈਕੇਟ ਦਾ ਮਾਸ ਦਿੱਤਾ ਹੋਇਆ ਕੁਐਸਚਨ 'ਚ ਦੇਖੋ, सर मास दिता है वा ਜਿਹੜਾ ਪੈਕੇਟ ਸਟ੍ਰਿੰਗ ਦੇ ਨਾਲ ਵੱਜਾ ਹੋਇਆ ਵਾ ਉਹਦਾ ਮਾਸ ਦਿੱਤਾ ਹੋਇਆ ਵਾ, ਠੀਕ ਹੈ, ਮਾਸ ਹਾਂਜੀ ਦਿੱਤਾ ਹੋਇਆ 2 ਕਿਲੋਗ੍ਰਾਮ, ਯਾਨੀ m ਹੈਗਾ, g ਦੀ ਵੈਲਿਊ ਨੋਨ ਹੁੰਦੀ ਆ। ਕਿਆ ਐਕਸਲਰੇਸ਼ਨ ਹੈਗੀ ਹੈ ਕੁਐਸਚਨ 'ਚ? No, sir. No, sir. ਨਹੀਂ ਹੈਗੀ। ਹੁਣ ਐਕਸਲਰੇਸ਼ਨ ਦੀ ਥਾਂ ਤੇ ਉਹਨੇ ਆਪਣੇ ਕੁਐਸਚਨ 'ਚ ਇਹ ਕਿਹਾ ਸੀਗਾ ਲਿਫਟ ਸਟਾਰਟ ਫਰਮ ਰੈਸਟ, ਠੀਕ ਆ, ਐਸ ਲਿਫਟ ਸਟਾਰਟ ਫਰਮ ਰੈਸਟ। ਇਹਦੇ ਨਾਲ ਆਪਣੇ ਕੋਲ SHO ਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ? Zero. जीरो। ਤੇ ਡਿਸਟੈਂਸ ਉਹਨੇ ਕਵਰ ਕੀਤਾ ਦੇਖੋ ਕਿੰਨਾ? 1.5 meter. 1.5 ਮੀਟਰ। ਕਿੰਨੇ ਟਾਈਮ 'ਚ ਕਵਰ ਕੀਤਾ? 0.4 seconds. 0.4 ਸੈਕਿੰਡ। ਤੇ ਬੱਚੇ ਇਹਨਾਂ ਤਿੰਨ ਵੇਰੀਏਬਲ ਨਾਲ ਕੀ ਲੱਭ ਸਕਦੇ ਹੋ? Acceleration. एक्सेलरेशन। यानी ਇਹਦੇ ਨਾਲ ਪਹਿਲੋ ਐਕਸਲਰੇਸ਼ਨ ਕੱਢੋ। therefore s equal to ut plus half at square।
ਇਹਦੇ ਅਕੋਰਡਿੰਗਲੀ ਚਲੀਏ ਤੇ ਆਪਣੇ ਕੋਲ SH U0 S equal to half AT square ਰਹਿ ਗਿਆ। ਇਹ ਤੋਂ A ਦੀ ਵੈਲਿਊ 2S over T square ਕਿੰਨੀ ਆਜੂ? Yes, sir. ਠੀਕ ਆ, ਇੱਥੋਂ ਮੇਰੇ ਕੋਲ A ਦੀ ਜਿਹੜੀ ਵੈਲਿਊ ਆ ਉਹ 2S by T square ਆ ਗਈ। ਆਪਾਂ ਇਹਦੀ ਵੈਲਿਊ ਬਾਅਦ ਚੋਂ ਕੱਢਾਂਗੇ, ਸਿੱਧੀ ਇੱਥੇ ਪੁੱਟ ਅਪ ਕਰ ਲਓ। Therefore ਆਪਣੇ ਕੋਲ ਜਿਹੜੀ ਟੈਂਸ਼ਨ ਆ ਉਹਦਾ ਫਾਰਮੂਲਾ M into G plus 2S over T square ਤੇ ਇਹਦੇ ਵੇਰੀਏਬਲ ਪੂਰੇ ਕਰਕੇ ਦੇਖੋ। ਮਾਸ ਆਫ ਪੈਕਟ ਗਿਵਨ ਆ, G ਦੀ ਵੈਲਿਊ ਨੋਨ ਆ, S ਆਪਣੇ ਕੋਲ ਗਿਵਨ ਆ, T ਆਪਣੇ ਕੋਲ ਗਿਵਨ ਆ। ਤੇ ਜੇ ਆ ਫਾਰਮੂਲੇ ਚ ਸਾਰੀਆਂ ਵੈਲਿਊ ਪੁੱਟ ਅਪ ਕਰ ਲਾ, ਟੈਂਸ਼ਨ ਨਿਕਲ ਆਏਗੀ ਸਟ੍ਰਿੰਗ ਦੀ। Yes, sir. Yes, sir. ਕੋਈ ਕਲੀਅਰ ਆ? Yes, sir. Yes, sir. Yes, sir. ਚਲੋ ਨੈਕਸਟ ਹੈਗਾ। ਹਾਂਜੀ ਸਰ ਕਲੀਅਰ ਹੈ। ਓਕੇ ਜੀ, ਨੈਕਸਟ ਹੈਗਾ 14। ਉਹ ਚੋਂ ਨੇ ਕਿਹਾ ਸੀਗਾ ਯਾਰ ਇੱਕ ਇੰਪਲਸ ਵਾਲਾ ਉੱਪਰ ਨੂਮੈਰੀਕਲ ਕੋਈ ਨਿਕਲਿਆ ਤਾਂ ਨਹੀਂ? ਨਲੈਕੋ 9th 10th ਆਪਾਂ ਕਰ ਲਿਆ ਸੀ? ਨੋ ਸਰ ਨਿਕਲ ਗਏ ਨਾ ਫਿਰ? ਸਰ ਮੈਨੂੰ ਲੱਗਾ ਤੁਹਾਨੂੰ ਲੱਗਾ ਹੋਣਾ ਕਿ ਆਪਾਂ ਸਰ ਕਰ ਲਿਆ ਹੋਣਾ ਕੁਐਸਚਨ। ਮੈਨੂੰ ਤਾਂ ਲੱਗਿਆ ਹੀ ਆ, ਤੁਸੀਂ ਮੈਨੂੰ ਦੱਸਣਾ ਕਿ ਵੀ ਨਹੀਂ ਹੋਏ, ਵੀ ਬੋਲਿਆ ਨਹੀਂ ਕੋਈ ਨਾ 9 10th ਰਹਿ ਗਿਆ। ਉਹ ਤਾਂ ਮੈਨੂੰ ਅਚਾਨਕ ਯਾਦ ਆਇਆ ਕਿ ਵੀ ਇੰਪਲਸ ਵਾਲਾ ਨੂਮੈਰੀਕਲ ਨਹੀਂ ਆਇਆ ਕੋਈ ਉੱਪਰ। ਚਲੋ ਬਾਅਦ ਚੋਂ ਦੱਸਦਾ। ਨੈਕਸਟ ਦੇਖੋ 30 ਆਪਾਂ ਕਿਹੜਾ ਕੀਤਾ 13 14 ਹੈਗਾ ਪੁੱਤ। a 10 gram bullet is shot from a 5 kilogram gun with a velocity of 400 meter per second। ਬਿਲਕੁਲ ਸੌਖਾ ਜਿਹਾ ਨੂਮੈਰੀਕਲ। what is the speed of recoil of the gun? ਇਹ ਕਿਹੜੇ ਟੌਪਿਕ ਨਾਲ ਲਿੰਕ ਆ? Conservation of linear momentum. Law of conservation of moment. ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਉਹਨੇ ਸਿੰਪਲ ਇਹ ਨੂਮੈਰੀਕਲ 9th ਦੇ ਲੈਵਲ ਦਾ ਉਹਨੇ ਤੁਹਾਨੂੰ ਕਿਹਾ ਜੀ ਐਸ ਚ ਬੁਲਟ ਦਾ ਮਾਸ ਦੇ ਦਿੱਤਾ। ਠੀਕ ਆ, ਮਾਸ ਆਫ ਬੁਲਟ ਗਿਵਨ ਆਪਣੇ ਕੋਲ 10 ਗ੍ਰਾਮ ਔਰ ਜਿਹੜੀ ਕਹਿੰਦਾ ਜੀ ਐਸ ਚ ਗਨ ਤੋਂ ਫਾਇਰ ਕਰਦੇ ਪਏ ਉਹਦਾ ਮਾਸ ਆਪਣੇ ਕੋਲ ਗਿਵਨ ਹੈ 5 ਕਿਲੋਗ੍ਰਾਮ। M1 ਆ ਗਿਆ, M2 ਗਿਵਨ ਆ ਔਰ ਉਸ ਤੋਂ ਬਾਅਦ ਉਹਨੇ ਬੁਲਟ ਦੇ ਮੂਵ ਕਰਨ ਦੀ ਵੈਲੋਸਿਟੀ ਦੱਸੀ ਆ, ਯਾਨੀ V1 ਆ ਗਿਆ ਆਪਣੇ ਕੋਲ 400 ਮੀਟਰ ਪਰ ਸੈਕਿੰਡ ਤੇ V2 ਕੱਢਣਾ। ਫਾਰਮੂਲਾ ਬੋਲੇਗਾ ਕੋਈ ਇਹਨਾਂ ਕੀ ਸੀਗਾ ਰਿਕੁਆਇਰਿੰਗ ਦਾ? V2 is equal to minus of M1 V1 divided by M2. ਬਿਲਕੁਲ ਸਿੰਪਲ ਵਰਡ ਚ ਸੀਗਾ ਪ੍ਰਿੰਸੀਪਲ ਆਫ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਟੋਟਲ ਮੋਮੈਂਟਮ ਬੁਲਟ ਔਰ ਗਨ ਦਾ ਫਾਇਰਿੰਗ ਤੋਂ ਪਹਿਲਾਂ 0 ਆ। ਆਫਟਰ ਫਾਇਰਿੰਗ ਬੁਲਟ ਦਾ ਮੋਮੈਂਟਮ M1 V1 ਬਣ ਜਾਣਾ, ਗਨ ਦਾ ਮੋਮੈਂਟਮ M2 V2 ਆ ਗਿਆ। ਜਿੰਨਾ ਮਿਲਾ ਕੇ ਬੁਲਟ ਔਰ ਗਨ ਦਾ ਫਾਈਨਲ ਮੋਮੈਂਟਮ ਆਇਆ ਇਹ ਕਿਹਦੇ ਇਕੁਅਲ ਹੁੰਦਾ? ਹਾਂਜੀ ਸਰ ਜਿੰਨਾ ਮੋਮੈਂਟਮ ਬੁਲਟ ਔਰ ਗਨ ਦਾ ਆਫਟਰ ਫਾਇਰਿੰਗ ਆਏਗਾ M1 V1 plus M2 V2 ਕਿਹਦੇ ਇਕੁਅਲ ਹੋਏਗਾ? 0 ਜ਼ੀਰੋ ਕੀ ਚੀਜ਼ ਆ ਉਹਦੇ ਵਿੱਚ? ਸਰ ਇਨੀਸ਼ੀਅਲ ਮੋਮੈਂਟਮ ਦੋਵਾਂ ਦਾ। ਵੈਰੀ ਗੁੱਡ। ਟੋਟਲ ਇਨੀਸ਼ੀਅਲ ਮੋਮੈਂਟਮ ਆਫ ਬੁਲਟ ਐਂਡ ਗਨ ਬਿਫੋਰ ਫਾਇਰਿੰਗ। ਠੀਕ ਹੈ, ਯਾਨੀ ਅਸੀਂ ਜ਼ੀਰੋ ਨਾਲ ਉਦਾਂ ਨਹੀਂ ਇਕੁਏਟ ਕੀਤਾ, ਅਸੀਂ ਇਹ ਕਿਹਾ ਵਾ ਜਿੰਨਾ ਟੋਟਲ ਮੋਮੈਂਟਮ ਫਾਇਰਿੰਗ ਤੋਂ ਪਹਿਲਾਂ ਆ ਬੁਲਟ ਗਨ ਦਾ ਤੇ ਜਿੰਨਾ ਬਾਅਦ ਦੇ ਵਿੱਚ ਉਹ ਇਕੁਏਟ ਕਰਨੇ। ਬਿਫੋਰ ਫਾਇਰਿੰਗ 0 ਸੀ, ਇਸ ਲਈ ਆਪਣੇ ਕੋਲ ਐਸਐਚ ਆ ਫਾਰਮੂਲਾ ਸੀਗਾ M1 V1 plus M2 V2 equal to 0 ਤੇ ਇਹਦੇ ਤੋਂ ਅਸੀਂ ਆ ਬਣਾਇਆ ਸੀਗਾ V2 ਜਿਹਦਾ ਫਾਰਮੂਲਾ -M1 V1 by M2 ਆ ਜਾਏਗਾ। ਤੇ ਇਸ ਫਾਰਮੂਲੇ ਦੇ ਜੇ ਤੁਸੀਂ ਤਿੰਨੇ ਵੇਰੀਏਬਲ ਲੈ ਲਓ ਆਪਣੇ ਕੋਲ ਹੈਗੇ ਆ masses of gun ਤੇ mass of bullet ਦੋਨੋਂ ਹੈਗੇ ਤੇ ਤੀਜਾ mass velocity of bullet ਵੀ ਹੈਗੀ ਹੈ। ਹੋ ਜੂ ਇਹ ਨੂਮੈਰੀਕਲ? Yes, sir. Yes, sir. ਪੁੱਤ ਬਾਕੀ ਜਾਣੇ ਰਿਸਪੌਂਡ ਕਰਿਆ ਕਰੋ, ਨਾ ਗੁੰਗੇ ਬਣ ਕੇ ਬੈਠੇ ਰਿਹਾ ਕਰੋ ਜੀ। ਹੋ ਗਿਆ ਆ ਇੰਨੀ ਲੇਟ ਜੁਆਇਨ ਕਿਹੜਾ ਕਿਹੜਾ ਹੋਇਆ? ਯਾਦਵੀ ਹਾਂਜੀ 15 ਨੂਮੈਰੀਕਲ ਸਟੇਟਮੈਂਟ ਦੇਖੋ ਕੀ ਹੈਗੀ ਆ। ਮੈਂ ਪੁੱਛਣਾ ਇਸ ਕੁਐਸਚਨ ਦੇ ਅੰਦਰ ਉਹਨੇ ਕਿਹਾ ਜੀ ਅ ਮਸ਼ੀਨ ਗਨ ਹੈਜ਼ ਅ ਮਾਸ ਆਫ 10 ਕਿਲੋਗ੍ਰਾਮ ਇਟ ਫਾਇਰ 30 ਗ੍ਰਾਮ ਬੁਲਟ ਐਟ ਦਾ ਰੇਟ ਆਫ 6 ਬੁਲਟ ਪਰ ਸੈਕਿੰਡ ਵਿਦ ਅ ਸਪੀਡ ਆਫ 40 ਮੀਟਰ ਪਰ ਸੈਕਿੰਡ। ਇੱਥੇ ਤੱਕ ਚੱਲਾਂ ਤੇ ਮੈਨੂੰ ਉਹਨੇ ਕੁਐਸਚਨ ਚ ਕੀ ਕਿਹਾ, ਇੱਕ ਮਸ਼ੀਨ ਗਨ ਦਾ ਮਾਸ ਦਿੱਤਾ ਹੋਇਆ
ਤੇ ਮਸ਼ੀਨ ਗਨ ਜਿਹੜੀ ਹੈ 30 ਗ੍ਰਾਮ ਦੀਆਂ ਬੁਲਟ ਫਾਇਰ ਕਰਦੀ ਪਈ ਹੈ। 1 ਸੈਕਿੰਡ ਦੇ ਅੰਦਰ 6 ਬੁਲਟ ਫਾਇਰ ਹੁੰਦੀਆਂ ਪਈਆਂ, ਯਾਨੀ ਜੇ ਆਪਾਂ ਮਿਨੀਮਮ ਟਾਈਮ 1 ਸੈਕਿੰਡ ਕੁਐਸਚਨ ਚ ਲੈ ਕੇ ਚੱਲੇ ਤੇ ਜਿਹੜੀ ਆਪਣੇ ਕੋਲ ਨੰਬਰ ਆਫ ਬੁਲਟ ਕੰਸੀਡਰ ਹੋਣੀ ਆ ਉਹ 6 ਆਣੀਆਂ ਬੇਟਾ, with a speed of 400 ਮੀਟਰ ਪਰ ਸੈਕਿੰਡ। ਹਰ ਬੁਲਟ 400 ਮੀਟਰ ਪਰ ਸੈਕਿੰਡ ਦੀ ਸਪੀਡ ਨਾਲ ਬਾਹਰ ਨਿਕਲਦੀ ਪਈ ਹੈ। what force must be applied to the gun to keep it in position? ਗਨ ਨੂੰ ਉਹਦੀ ਜਗ੍ਹਾ ਤੇ ਹੋਲਡ ਕਰਕੇ ਰੱਖਣ ਲਈ ਮੈਂ ਕਿੰਨੀ ਫੋਰਸ ਲਗਾਣੀ ਪਊਗੀ। ਪਹਿਲਾਂ ਤਾਂ ਜਿਹੜੇ ਵੇਰੀਏਬਲ ਗਿਵਨ ਆ ਉਹ ਲਿਖ ਲਈਏ। ਆਪਣੇ ਕੁਐਸਚਨ ਦੇ ਅੰਦਰ ਜਿਹੜੇ ਜਿਹੜੇ ਵੇਰੀਏਬਲ ਹੈਗੇ ਆ 15th ਨੂਮੈਰੀਕਲ ਵੇਰੀਏਬਲ ਬੋਲੋ ਜੀ ਕਿਹੜਾ ਕਿਹੜਾ ਗਿਵਨ ਆ। So mass of machine gun 10 kg. ਇੱਕ ਮਾਸ ਆਫ ਮਸ਼ੀਨ ਗਨ ਗਿਵਨ ਹੈ 10 ਕਿਲੋਗ੍ਰਾਮ। ਹੋਰ ਕੀ ਗਿਵਨ ਹੈ ਜਲਦੀ ਜਲਦੀ ਬੋਲਦੇ ਚੱਲੂਗੇ। So mass of bullet 30 gram. ਮਾਸ ਆਫ ਬੁਲਟ ਮੰਨ ਲਓ M2 ਆ ਗਿਆ, ਉਹਦੀ ਵੈਲਿਊ 30 ਗ੍ਰਾਮ ਆ ਔਰ ਨੰਬਰ ਆਫ ਬੁਲਟ ਜਿਹੜੀਆਂ 6 ਆ ਗਈਆਂ। n ਲਿਖ ਲਿਆ ਆਪਾਂ ਵੇਰੀਏਬਲ ਨੰਬਰ ਆਫ ਬੁਲਟਸ ਨੂੰ। ਟਾਈਮ ਦੀ ਵੈਲਿਊ ਆਪਣੇ ਕੁਐਸਚਨ ਚ 1 ਸੈਕਿੰਡ ਕੰਸੀਡਰ ਹੋ ਗਈ ਤੇ ਇਹਦੇ ਬੇਸਿਸ ਦੇ ਉੱਤੇ ਫੋਰਸ ਕੱਢਣੀ ਆ। ਠੀਕ ਹੈ, ਕੋਈ ਦੱਸੇਗਾ ਪੁੱਤ ਕੀ ਕਰਨਾ, ਕੀ ਕੁਐਸਚਨ ਚ ਆਪਾਂ ਕਿੱਦਾਂ ਕਰਾਂਗੇ। ਬੱਚੇ ਇੰਨੇ ਜਾਣੇ ਬੈਠੇ ਹੋ, ਕਿਆ ਕੋਈ ਵੀ ਨਹੀਂ ਰਿਸਪੌਂਡ ਕਰ ਸਕਦਾ। ਸਰ ਇਹ ਜਿਹੜੇ ਸਰ ਆਪਾਂ ਮੋਮੈਂਟਮ ਨੂੰ ਯੂਜ਼ ਕਰ ਸਕਦੇ ਹਾਂ ਫੋਰਸ ਕੱਢਣ ਲਈ, ਪਰ ਆਪਾਂ ਵੀ ਨਹੀਂ ਨਾ ਹੈਗਾ ਕੋਈ ਚੀਜ਼। ਬਿਲਕੁਲ ਕਰ ਸਕਦੇ ਹੋ, ਕਿਉਂ ਨਹੀਂ ਕਰ ਸਕਦੇ। ਇੱਕ ਸੱਚ ਆਪਾਂ ਨੂੰ ਵੈਲੋਸਿਟੀ ਆਫ ਬੁਲਟ ਵੀ ਗਿਵਨ ਆ। ਵੈਲੋਸਿਟੀ ਆਫ ਬੁਲਟ 400 ਮੀਟਰ ਪਰ ਸੈਕਿੰਡ ਆ ਵੀ ਹੈਗਾ। ਸਰ ਫੇਰ ਤਾਂ ਸਰ ਈਜ਼ੀ ਹੈ ਸਰ, ਫੇਰ ਤਾਂ ਬਸ ਆਪਾਂ ਕੰਜ਼ਰਵੇਸ਼ਨ ਦਾ ਲਾਅ ਲਾ ਕੇ ਸਰ ਮੋਮੈਂਟਮ ਕੱਢ ਲੈਣਾ, ਫਿਰ ਦੂਜੀ ਦੀ ਵੈਲੋਸਿਟੀ ਕੱਢ ਲੈਣੀ ਸਰ, M1 ਦੀ ਵੈਲੋਸਿਟੀ ਕੱਢ ਲੈਣੀ ਆ ਤੇ ਸਰ ਦੋਵਾਂ ਦਾ ਮੋਮੈਂਟਮ ਕੱਢ ਲੈਣਾ ਵਾ। ਜੇ ਆਪਾਂ ਕੱਢਣੀ ਤਾਂ ਫੋਰਸ ਆ, ਆਪਾਂ ਜਿਹੜਾ ਮੋਮੈਂਟਮ ਤੁਸੀਂ ਕਹਿ ਰਹੇ ਇੱਥੋਂ V1 ਕੱਢ ਲਈਏ, V1 ਕੱਢੇ ਦੀ ਐਡਵਾਂਟੇਜ ਕੀ ਹੋਏਗੀ ਆਪਾਂ ਨੂੰ। ਸਰ ਜੇ ਆਪਾਂ ਫੋਰਸ ਕੱਢਦੇ ਆ, ਫੋਰਸ ਦਾ ਫਾਰਮੂਲਾ ਨਹੀਂ ਸੀਗਾ ਇੱਕ ਡੈਲਟਾ P/T। ਬਿਲਕੁਲ ਸਰ ਉਹ ਫਿਰ ਆਪਾਂ ਮੋਮੈਂਟਮ ਕੱਢ ਕੇ ਉਹਦੇ ਨਾਲ ਕੱਢ ਨਹੀਂ ਸਕਦੇ ਫੋਰਸ। ਬਿਲਕੁਲ ਕਰ ਸਕਦੇ। ਕੋਈ ਹੋਰ ਜਾਣਾ ਬੋਲੋ ਜੀ, ਕੀ ਕਰੀਏ ਕੁਐਸਚਨ ਦੇ ਅੰਦਰ। ਕੋਈ ਹੋਰ ਜਾਣੇ ਦੇ ਦਿਮਾਗ 'ਚ ਕਨਸੈਪਟ ਆਇਆ ਹੀ ਨਹੀਂ ਕਿ ਵੀ ਆਪਾਂ ਕੀ ਕਰਨਾ। Sir, n into v minus u upon t वाला concept भी लगा सकते हैं। ਕਿਹੜਾ ਦੁਆਰਾ ਬੋਲ। Sir, force is equal to n into v minus u upon t. n into v minus u upon t। Yes, sir. v minus u upon t एक्सेलरेशन होगी, into n करूंगा तो n बुलेट दी एक्सेलरेशन होगी। वो फोर्स थोड़ा निकली बेटा। कुछ दसो की अपनी कमी रह गई, कट ते सकते हैं जेड़ा। हाँ बिल्कुल मास इंक्लूड करांगे ना। किहदा मास लेके चलना आपा ये क्या पुत गल समझो ध्यान नाल। उन्हें क्वेश्चन ये क्या कि भी तुसीं तो बुलेट फायर करदे पे, जदों मैं 6 बुलेट्स फायर कीतियां 1 सैकेंड दे अंदर ते उन्हां बुलेट दा फॉरवर्ड डायरेक्शन च मोमेंटम बनूगा। Yes sir. Yes. जिन्ना बुलेट दा फॉरवर्ड च मोमेंटम बनया ये मतलब उन्ने ही मोमेंटम ना गन जिहड़ी आ वो बैकवर्ड आऊगी। Yes sir. कोई क्या बाकियां नु यस सर दा पता हाँ जी नहीं सर लग रहा क्लियर कि है। यस सर। ਇਹਦਾ ਮਤਲਬ ਜਿੰਨੇ ਮੋਮੈਂਟਮ ਨਾ ਬੁਲਟ ਫਾਰਵਰਡ ਗਈ ਆ ਉਹਨੇ ਮੋਮੈਂਟਮ ਨਾ ਮੇਰੇ ਕੋਲ ਗਨ ਜਿਹੜੀ ਬੈਕਵਰਡ ਆਈ ਆ। ਇਹਦਾ ਮਤਲਬ ਜੇ ਗਨ ਦਾ ਮੈਂ ਬੈਕਵਰਡ ਮੋਮੈਂਟਮ ਕੱਢ ਲਵਾਂ ਤੇ ਉਹ ਮੋਮੈਂਟਮ ਦੀ ਹੈਲਪ ਨਾਲ ਜੇ ਮੈਂ ਗਨ ਦੀ ਫੋਰਸ ਕੱਢਣੀ ਹੋਵੇ ਤੇ ਅੱਗੇ ਫੋਰਸ ਲਈ ਕੀ ਫਾਰਮੂਲਾ ਲੱਗੂ ਜੀ। हाँ जी सर। दोबारा बोल। n into m into v. बिल्कुल ਹੁਣ ਆਪਾਂ ਜੇ ਇੱਥੇ ਲਿਖ ਕੇ ਚੱਲੀਏ ਤੇ ਆਪਣਾ ਕਨਸੈਪਟ ਆ ਹੈਗਾ we know that force equal to ਆਪਾਂ ਜਿਹਨੂੰ ਲਿਖੀਏ ਤਾਂ change in momentum over time। ਇਹਦੇ ਪੁੱਤ ਜਿੰਨਾ ਮੋਮੈਂਟਮ ਤੁਹਾਡਾ ਗਨ ਦਾ ਚੇਂਜ ਹੋਇਆ ਉਹਨੇ ਤੁਹਾਡੇ ਤੇ ਬੈਕਵਰਡ ਫੋਰਸ ਲਗਾਣੀ ਆ।
ਇਹਦਾ ਮਤਲਬ ਜੇ ਮੈਂ ਫੋਰਸ ਕੱਢਣੀ ਆ ਤੇ ਮੈਨੂੰ ਚੇਂਜ ਇਨ ਮੋਮੈਂਟਮ ਗਨ ਦਾ ਕੱਢਣਾ ਪੈਣਾ ਕਿ ਵੀ ਗਨ ਦਾ ਮੋਮੈਂਟਮ ਕਿੰਨਾ ਚੇਂਜ ਹੋਇਆ। ਔਰ ਟਾਈਮ ਦੀ ਗੱਲ ਕਰਾਂ ਤੇ ਟਾਈਮ ਦੀ ਵੈਲਿਊ 1 ਸੈਕਿੰਡ ਆ, ਤੇ ਜੇ ਟਾਈਮ 1 ਸੈਕਿੰਡ ਆ ਤੇ ਫੋਰਸ ਤੇ ਚੇਂਜ ਇਨ ਮੋਮੈਂਟਮ ਇੱਕੋ ਹੀ ਗੱਲ ਹੋਗੀ। Yes, sir. Yes, sir. ਯੈਸ therefore इथों लिखा ते F equal to delta P by delta T है ना। ते अपने कोल delta T जेड़ा वा टाइम इंटरवल वो 1 सेकंड आ ते therefore अपने कोल जेड़ी फोर्स होएगी वो अपने कोल as such change in momentum ऑफ गन दे इक्वल आजू। सिर्फ लॉजिकल आ स्टेप हैगे समझण वाले, इन्नी गल समझ लगी। Yes, Yes, sir. sir. ਇਹਦਾ ਮਤਲਬ ਤੁਸੀਂ ਗਨ ਦੇ ਮੋਮੈਂਟਮ ਦੀ ਚੇਂਜ ਕੱਢ ਲਓ, ਗਨ ਦੇ ਮੋਮੈਂਟਮ ਦੀ ਜੋ ਚੇਂਜ ਆਏਗੀ ਉਹਦਾ ਨਾਮ ਅਸੀਂ ਫੋਰਸ ਰੱਖਾਂਗੇ। ਹੁਣ ਗਨ ਦਾ ਮੋਮੈਂਟਮ ਦੀ ਚੇਂਜ ਕਿੱਥੋਂ ਕੱਢਾਂ, ਕਹਿੰਦਾ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। we know that according to principle of conservation of linear momentum, ਇਹਦੇ ਅਕੋਰਡਿੰਗਲੀ ਕੀ ਕੰਡੀਸ਼ਨ ਹੁੰਦੀ ਹੈ ਆਪਣੀ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀ। ਹਾਂਜੀ ਸਰ ਕੋਈ ਕਨਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਦੀ ਕੀ ਕੰਡੀਸ਼ਨ ਲਿਖਦੇ ਆਪਾਂ। The sum of initial momentum before firing is equal to sum of final momentum. ਯਾਨੀ ਜਿੰਨਾ ਆਪਣੇ ਕੋਲ ਐਸਾ ਚ ਟੋਟਲ ਮੋਮੈਂਟਮ ਦੀ ਚੇਂਜ ਬਿਫੋਰ ਫਾਇਰਿੰਗ ਆਈ ਆ, ਬਿਫੋਰ ਫਾਇਰਿੰਗ ਮੋਮੈਂਟਮ ਹੀ ਨਹੀਂ ਆਇਆ ਤਾਂ ਚੇਂਜ ਆਣੀ ਕਿਤੋਂ, ਜ਼ੀਰੋ ਸੀ। ਤੇ ਆਫਟਰ ਫਾਇਰਿੰਗ ਬੁਲੇਟ ਦਾ ਮੋਮੈਂਟਮ ਜਿਹੜਾ ਡੈਲਟਾ P1 ਬਣਿਆ, ਠੀਕ ਹੈ। ਗਨ ਦਾ ਮੋਮੈਂਟਮ ਮੰਨ ਲਓ ਮੇਰੇ ਕੋਲ ਡੈਲਟਾ P2, ਔਰ ਵੈਸੇ ਜਿਹੜਾ ਆ ਵਾ ਇਹ ਬੁਲੇਟ ਦਾ ਮੋਮੈਂਟਮ ਕਿਉਂਕਿ 2 ਸਿੰਬਲ ਆਪਣਾ ਬੁਲੇਟ ਲਈ ਹੈ ਤੇ 1 ਸਿੰਬਲ ਜਿਹੜਾ ਆਪਣੇ ਕੋਲ ਗਨ ਦੀ, ਯਾਨੀ ਆ ਜਿੰਨਾ ਮੋਮੈਂਟਮ ਦੀ ਚੇਂਜ ਗਨ ਚ ਆਈ ਆ ਤੇ ਜਿੰਨੇ ਮੋਮੈਂਟਮ ਦੀ ਚੇਂਜ ਬੁਲੇਟ ਆਈ ਆ, ਇਹ ਮਿਲਾ ਕੇ ਟੋਟਲ ਚੇਂਜ ਆਫਟਰ ਫਾਇਰਿੰਗ ਤੇ ਆ ਜਿੰਨੀ ਟੋਟਲ ਚੇਂਜ ਬਿਫੋਰ ਫਾਇਰਿੰਗ ਆ ਇਹ ਆਪਸ ਇਕੁਅਲ ਆ। Yes, ਯੈਸ sir. ਸਰ ਉੱਪਰ ਮੈਨੂੰ ਕੀ ਚਾਹੀਦਾ, ਚੇਂਜ ਇਨ ਮੋਮੈਂਟਮ ਆਫ ਦਾ ਗਨ, ਯਾਨੀ ਡੈਲਟਾ P2 ਚਾਹੀਦਾ। ਇਹਦੇ ਅਕੋਰਡਿੰਗਲੀ ਡੈਲਟਾ P2 ਦੀ ਵੈਲਿਊ ਮਾਈਨਸ ਡੈਲਟਾ P1 ਦੇ ਬਰਾਬਰ ਬਣ ਗਈ ਬੇਟਾ। Yes, sir. Yes, sir. ਇਹਦਾ ਮਤਲਬ ਆ ਕਿ ਜੇ ਮੈਂ ਐਸਐਚ ਗਨ ਦੇ ਮੋਮੈਂਟਮ ਦੀ ਚੇਂਜ ਕੱਢਣੀ ਆ ਤੇ ਮੈਂ ਉਹਦੀ ਜਗ੍ਹਾ ਤੇ ਬੁਲੇਟ ਦੇ ਮੋਮੈਂਟਮ ਦੀ ਚੇਂਜ ਕੱਢ ਲਵਾਂ। ਜੋ ਬੁਲੇਟ ਦੇ ਮੋਮੈਂਟਮ ਦੀ ਚੇਂਜ ਆ ਉਹੀ ਗਨ ਦੇ ਮੋਮੈਂਟਮ ਦੀ ਚੇਂਜ ਆ, ਸਿਰਫ ਡਾਇਰੈਕਸ਼ਨ ਵਾਈਜ਼ ਇੱਕ ਦੂਜੇ ਤੋਂ ਆਪੋਜ਼ਿਟ ਆਣਾ। ਇੰਨੀ ਗੱਲ ਸਮਝ ਲੱਗੀ। Yes, sir. Yes, sir. ਹਾਂਜੀ ਸਰ ਯੈਸ ਦੇਅਰਫੋਰ ਹੁਣ ਇੱਥੇ ਜੇ ਲਿਖੀਏ ਬੁਲੇਟ ਦੇ ਮੋਮੈਂਟਮ ਦੀ ਚੇਂਜ, ਬੁਲੇਟ ਦਾ ਇਨੀਸ਼ੀਅਲ ਮੋਮੈਂਟਮ ਕਿੰਨਾ, 0। ਤੇ ਜੇ ਇਨੀਸ਼ੀਅਲ ਮੋਮੈਂਟਮ 0 ਆ, ਕਿਆ ਬੁਲੇਟ ਦਾ ਫਾਈਨਲ ਮੋਮੈਂਟਮ ਵੀ 0 ਆ? ਨੋ ਨਹੀਂ। Yes, sir. ਬੁਲੇਟ ਦਾ ਮਾਸ ਵੀ ਹੈਗਾ, ਬੁਲੇਟ ਦੀ ਵੈਲੋਸਿਟੀ ਵੀ ਹੈਗੀ ਤੇ ਨੰਬਰ ਆਫ ਬੁਲੇਟ ਵੀ ਹੈਗੀ ਆ। ਇਹਦਾ ਮਤਲਬ ਆਪਾਂ ਜੇ ਇਹਨੂੰ ਲਿਖ ਕੇ ਚੱਲੀਏ ਤੇ ਇਹਦੀ ਵੈਲਿਊ n ਟਾਈਮ m1 v1 ਬਣ ਜਾਓ। Yes, sir. ਸੋ n ਆਪਣੇ ਕੋਲ 6 ਗਿਵਨ ਸੀਗਾ, ਮਾਸ ਆਪਣੇ ਕੋਲ 30 into 10 raised to power -3 ਔਰ ਵੈਲੋਸਿਟੀ ਆਫ ਬੁਲੇਟ ਆਪਣੇ ਕੋਲ 400 ਗਿਵਨ। ਆ ਸੋਲਵ ਕਰਕੇ ਜਿੰਨਾ ਆ ਗਿਆ ਇਹ ਤੁਹਾਡਾ ਚੇਂਜ ਇਨ ਮੋਮੈਂਟਮ ਆ ਗਿਆ, ਯਾਨੀ ਮੇਰੇ ਕੋਲ ਇਥੋਂ ਡੈਲਟਾ P2 ਆ ਗਿਆ। ਤੇ ਜੇ ਡੈਲਟਾ P2 ਆ ਗਿਆ ਤੇ ਉੱਪਰ ਆਪਾਂ ਕਹਿ ਕੇ ਆਏ ਆ ਫੋਰਸ ਇਹੀ ਚੇਂਜ ਇਨ ਮੋਮੈਂਟਮ ਦੇ ਇਕੁਅਲ ਆ, ਇਹਨੂੰ ਤੇ ਡੈਲਟਾ P2 ਲਿਖ ਦੋ। देयरफॉर ਲਾਸਟ ਸਟੈਪ ਆ ਲਿਖ ਸਕਦੇ ਹੋ। देयरफॉर ਆਪਣੇ ਕੋਲ ਜਿਹੜੀ ਫੋਰਸ ਹੈਗੀ ਆ ਉਹਦੀ ਵੈਲਿਊ ਐਸ ਸੱਚ ਆਹੀ ਆ ਜੂਗੀ, ਇਹਨੇ ਤੋਂ ਮਲਟੀਪਲਾਈ ਕਰ ਲੈਣਾ, ਠੀਕ ਹੈ। ਆਨਸਰ ਬਣ ਜਾਏਗਾ 6 3 ਦਾ 18 4 ਦਾ 72 ਔਰ ਨਾਲ ਆਪਣੇ ਕੋਲ ਆ ਗਈਆਂ ਜੀ 3 ਤੇ 3 72 ਨਿਊਟਨ। ਬਾਕੀ ਪਾਵਰ ਜਿਹੜੀਆਂ 0 ਨਾਲ ਐਡਜਸਟ ਹੋ ਜਾਣੀ ਬੇਟਾ। ਸੋ 72 ਨਿਊਟਨ ਆਪਣੀ ਜਿਹੜੀ ਆ ਉਹ ਐਸ ਸੱਚ ਫੋਰਸ ਆ ਜਿਹੜੀ ਗਨ ਨੂੰ ਹੋਲਡ ਕਰਨ ਲਈ ਲਗਾਣੀ ਪਏਗੀ। क्या क्लियर इतना न्यूमेरिकल? Yes, sir. Yes, sir. ਯੈਸ ਸਰ एक बारी स्टेटमेंट ਦੇ ਅਕੋਰਡਿੰਗਲੀ ਦੁਬਾਰਾ ਪੜ੍ਹ ਕੇ ਦੇਖੋ ਕਿ ਵੀ ਆਪਾਂ ਕੀ ਉਹਦੇ ਵਿੱਚ ਡਿਵੈਲਪ ਕੀਤਾ। ਉਹਨੇ ਕੁਐਸਚਨ 'ਚ ਕਿਹਾ ਸੀਗਾ ਕਿ ਇੱਕ ਮਸ਼ੀਨ ਗਨ 10 ਕਿਲੋਗ੍ਰਾਮ ਦੀ ਤੁਸੀਂ ਹੋਲਡ ਕੀਤੀ ਹੋਈ ਆ, ਉਹਦੇ ਥਰੂ ਤੁਸੀਂ ਬੁਲਟ ਫਾਇਰ ਕਰਨੀ ਸ਼ੁਰੂ ਕੀਤੀਆਂ, 30 ਗ੍ਰਾਮ ਦੀਆਂ ਬੁਲਟ 6 ਫਾਇਰ ਕੀਤੀਆਂ 1 ਸੈਕਿੰਡ ਦੇ ਅੰਦਰ ਵਿਦ ਅ ਵੈਲੋਸਿਟੀ ਆਫ 400 ਮੀਟਰ ਪਰ ਸੈਕਿੰਡ। ਉਹ ਕਹਿੰਦਾ ਕਿੰਨੀ ਫੋਰਸ ਨਾਲ ਮੈਨੂੰ ਹੋਲਡ ਕਰਨਾ ਪਏਗਾ। ਤੇ ਬੱਚੇ ਉਦੋਂ ਤੁਹਾਨੂੰ ਇੰਨਾ ਕਨਸੈਪਟ ਦਿਮਾਗ 'ਚ ਬੰਨਣਾ ਚਾਹੀਦਾ, ਬੁਲਟ ਦਾ ਮਾਸ ਆ, ਬੁਲਟ ਦੀ ਵੈਲੋਸਿਟੀ ਆ, ਇਮਲ ਬੁਲਟ ਦੇ 'ਚ ਮੋਮੈਂਟਮ ਆ।
ਕਿਤੇ ਨਾ ਕਿਤੇ ਬੁਲਟ ਦੇ ਮੋਮੈਂਟਮ ਤੋਂ ਸਾਰਾ ਕਨਸੈਪਟ ਬਣਾਉਣਾ। ਅਸੀਂ ਉਹਨੂੰ ਇੱਥੋਂ ਫਿਰ ਲੈ ਕੇ ਗਏ ਕਿ ਵੀ ਜੇ ਫੋਰਸ ਕੱਢਣੀ ਆ ਤੇ ਫੋਰਸ ਮੋਮੈਂਟਮ ਨਾਲ ਲਿੰਕ ਹੋ ਜਾਂਦੀ। ਅਸੀਂ ਐਸਾ ਫੋਰਸ ਦਾ ਫਾਰਮੂਲਾ ਚੇਂਜ ਇਨ ਮੋਮੈਂਟਮ ਬਾਈ ਟਾਈਮ, ਟਾਈਮ ਦੀ ਵੈਲਿਊ 1 ਸੈਕਿੰਡ, ਇਹ ਮਤਲਬ ਫੋਰਸ ਚੇਂਜ ਇਨ ਮੋਮੈਂਟਮ ਆਫ ਗਨ ਦਾ ਦੂਜਾ ਨਾਮ। ਤੇ ਇਹਦਾ ਮਤਲਬ ਮੈਨੂੰ ਮੋਮੈਂਟਮ ਆਫ ਗਨ ਜਿਹੜਾ ਵਾ ਉਹ ਮੇਨ ਕੱਢਣਾ ਪੈਣਾ। ਉਹਨੂੰ ਕੈਲਕੂਲੇਟ ਕਰਨ ਲਈ ਮੇਰੇ ਦਿਮਾਗ 'ਚ ਆਹ ਕਨਸੈਪਟ ਆਉਣਾ ਚਾਹੀਦਾ ਕਿ ਵੀ ਕੰਜ਼ਰਵੇਸ਼ਨ ਆਫ ਮੋਮੈਂਟਮ ਰਿਕੁਆਇਰਿੰਗ ਆਫ ਗਨ ਦੇ ਵੇਲੇ ਲੱਗਦਾ ਵਾ। ਅਸੀਂ ਉਹ ਪ੍ਰਿੰਸੀਪਲ ਲਗਾ ਕੇ ਐਸ ਸੱਚ ਫੋਰਸ ਦੀ ਵੈਲਿਊ ਕੈਲਕੂਲੇਟ ਕੀਤੀ। ਕਿਆ ਸਮਝ ਲੱਗੀ? Yes, sir. Yes, sir. Yes, sir. Yes. ਕੁਝ ਬੱਚੇ ਨਾ ਪੂਰੇ ਟਾਈਮ ਸਾਇਲੈਂਟ ਰਹਿੰਦੇ, ਇੱਕ ਵਾਰੀ ਵੀ ਰਿਸਪੌਂਡ ਨਹੀਂ ਕਰਦੇ। ਔਰ ਮੈਂ ਕਿੰਨੀ ਵਾਰੀ ਕਹਿ ਹਟਿਆ। ਚਲੋ 16 ਦੀ ਸਟੇਟਮੈਂਟ ਪੜੋ, ਮੈਂ ਪੁੱਛਣਾ ਕੁਐਸਚਨ ਫਿਰ ਕੰਟੀਨਿਊ ਕਰਨਾ। ਪढ़ लो एक बार स्टेटमेंट जल्दी। पढ़ लिया जी? अमन स्टेटमेंट एक्सप्लेन कर। अमन Yes, sir. स्टेटमेंट एक्सप्लेन करो बेटा। सर ਇਹ ਹੰਟਰ ਕੋਲ ਇੱਕ ਮਸ਼ੀਨ ਗਨ ਆ ਜਿਹੜੀ 50 ਗ੍ਰਾਮ ਆਫ ਬੁਲੇਟਸ। हाँ बोल बोल बच्चे बोल। अमन बोल बच्चे। अमन हैगी है? ਯੈਸ ਸਰ ਜਿਹੜੀ 50 ਗ੍ਰਾਮ ਆਫ 50 ਗ੍ਰਾਮ ਆਫ ਬੁਲੇਟਸ ਵੈਲੋਸਿਟੀ 150 ਮੀਟਰ ਪਰ ਸੈਕਿੰਡ ਨਾਲ किनवा क्वेश्चन पढ़ रहे हैं बेटा? Sir 16. ਸਰ हम्म 16th बोलो दोबारा बोल बेटा, जल्दी जल्दी बोलो और थोड़ा जा। साहिल स्टेटमेंट एक्सप्लेन कर। साहिल हाँ जी सर। स्टेटमेंट एक्सप्लेन करो। सर उन्होंने किया सर एक हंटर मशीन गन है सर, मतलब मास ऑफ सर बुलेट्स है 50 ग्राम सर, विद सर वेलोसिटी है सर 150 मीटर पर सेकंड गिवन अपन ਨੂੰ ਤੇ ਸਰ ਉਹਨਾਂ ਦਾ ਮਾਸ ਆਫ ਟ੍ਰਿਗਰ ਵੀ ਹੈਗਾ ਸਰ ਆਪਣੇ ਕੋਲ 60 ਕਿਲੋਗ੍ਰਾਮ। ਤੇ ਸਰ ਉਹਨਾਂ ਦਾ ਉਹਦੀ ਵੈਲੋਸਿਟੀ ਸਰ 10 ਮੀਟਰ ਪਰ ਸੈਕਿੰਡ ਤੇ ਦੀ ਵੈਲੋਸਿਟੀ ਕਿਹਦੀ? ਸਰ ਟ੍ਰਿਗਰ ਦੀ। ਉਹ ਟ੍ਰਿਗਰ ਦੇ ਲੱਗਦਾ ਟਾਈਗਰ ਆ। ਉਹ ਸੌਰੀ ਸਰ ਦੇਖਿਆ ਨਹੀਂ। ਮਾਮਾ ਇੰਨੀ ਦੇਰ ਚ ਟਾਈਗਰ ਨੇ ਛਾਲ ਵੀ ਮਾਰ ਦੇਣੀ ਜਿੰਨੀ ਦੇਰ ਚ ਤੈਨੂੰ ਦੇਖਣਾ ਨਹੀਂ। ਅੱਛਾ ਓਕੇ ਸਰ। ਉਹਨੇ ਕੁਐਸਚਨ ਚ ਇਹ ਕਿਹਾ ਵਾ ਕਿ ਵੀ ਤੁਹਾਡੇ ਕੋਲ ਇੱਕ ਹੰਟਰ ਆ, ਠੀਕ ਹੈ ਜੀ, ਜਿਹਦੇ ਕੋਲ ਮਸ਼ੀਨ ਗਨ ਪੜੀ ਹੋਈ ਆ that can fire 50 gram bullet with a velocity of 150 meter per second। ਯਾਨੀ ਫਾਇਰ ਉਹ ਜਿਹੜੀਆਂ ਬੁਲਟ ਫਾਇਰ ਕਰਦਾ ਪਿਆ ਉਹਦਾ ਮਾਸ ਤੇ ਉਹਦੀ ਵੈਲੋਸਿਟੀ ਗਿਵਨ ਆ। ਕਿੰਨੀਆਂ ਬੁਲਟ ਫਾਇਰ ਕਰਦਾ, ਨੰਬਰ ਆਫ ਬੁਲਟਸ ਨਹੀਂ ਦਿੱਤੀਆਂ, ਪਰ ਉਹਨੇ ਕਿਹਾ ਜੀ ਦੂਜੇ ਪਾਸੇ ਕਿਹਦੇ ਤੇ ਫਾਇਰ ਕੀਤੀਆਂ ਉਹਨੇ। ਕਹਿੰਦਾ ਇੱਕ ਟਾਈਗਰ ਨੇ ਉਹਦੇ ਉੱਤੇ ਛਾਲ ਮਾਰੀ ਆ। A 60 kilogram tiger spring at him, यानी jump over the person with a velocity of 10 meter per second। यानी टाइगर दा मास ते टाइगर दी velocity दोनों given, ठीक है। ਉਹਨੇ ਕਿਹਾ ਜੀ how many bullet must the hunter fire per second so that the tiger in order to stop him in his track। मतलब ਜਦੋਂ ਮੇਰੇ ਤੇ ਉਹਨੇ ਐਸਾ ਚ ਛਾਲ ਮਾਰੀ ਆ ਮੈਂ ਕਿੰਨੀਆਂ ਬੁਲਟ ਉਹਦੇ ਤੇ ਕੰਟੀਨਿਊਸਲੀ ਫਾਇਰ ਕਰਾਂ ਕਿ ਵੀ ਉਹ ਐਸਾ ਚ ਰਸਤੇ ਦੇ ਵਿੱਚ ਰੁਕ ਜਾ, ਮੇਰੇ ਤੇ ਨਾ ਡਿੱਗੇ। ਇਹਦਾ ਮਤਲਬ ਕੀ ਕਰਨਾ ਪਏਗਾ ਆਪਾਂ ਨੂੰ ਕੁਐਸਚਨ ਚ? ਸਰ ਐਨ ਲੱਭਣਾ ਜਿੱਦਾਂ। ਹਾਂ ਸਰ ਐਨ ਲੱਭਣਾ ਜਿੱਦਾਂ। ਹਾਂ ਬਿਲਕੁਲ ਐਨ ਲੱਭਣਾ। ਐਨ ਫਾਈਂਡ ਆਊਟ ਕਰਨ ਲਈ ਆਪਣੇ ਕੋਲ ਕਨਸੈਪਟ ਕੀ ਸੋਚੀਏ? ਆਪਣੇ ਕੋਲ ਜਿਹੜੇ ਜਿਹੜੇ ਵੇਰੀਏਬਲ ਮੈਂ ਉਹ ਲਿਖ ਰਿਹਾ, ਇੱਕ ਵਾਰੀ ਤੁਸੀਂ ਦੱਸੋਗੇ ਆਪਾਂ ਸੋਚਣਾ ਇਹਦੇ ਵਿੱਚ ਕੀ ਹੈਗਾ।
न्यूमेरिकल हैगा 16 अपने को मास ऑफ बुलेट गिवन है 50 ग्राम और बुलेट मूव करती पई 150 मीटर पर सेकंड ना दो वेरिएबल आ गए नंबर ऑफ बुलेट्स तुसी फाइंड आउट करनी है टाइगर दा मास 60 किलोग्राम गिवन है और टाइगर दे मूव करन दी वेलोसिटी जेडी आ वो 10 मीटर पर सेकंड गिवन है जल्दी जल्दी दसोगे कि अपने को कंसेप्ट बनता है की सोचना अपन Sir, n into momentum of bullet should be either greater or equal to a momentum of tiger. बिल्कुल इमल बुलेट जिन्नियां भी फायर कीतियां उन्हां सारियां बुलेट दा मिला के टोटल मोमेंटम ते जेड़ा बेटा एस एच टाइगर दा थल्ले आंदा मोमेंटम है ये दोनों आपस इक्वल होगे Yes, sir. हाँ जी यस सर सर यस हाँ सर जी सर सर मैंने एक क्वेश्चन बनाई ज्यादा है भी हो सकते हैं ना यानी अकॉर्डिंग टू क्वेश्चन जे अपन लिखिए ते अपनी कंडीशन ए हैगी आ मोमेंटम ऑफ बुलेट्स ठीक है मोमेंटम ऑफ बुलेट्स जेड़ा होएगा इट शुड बी इक्वल टू मोमेंटम ऑफ टाइगर सेम पिछले क्वेश्चन च जेडी कंडीशन सी वही लिखी आ यानी डेल्टा P1 इक्वल टू माइनस डेल्टा P2 यानी ये दोनों दे मोमेंटम इक्वेट करने हैं डायरेक्शन वाइज तो दोनों ऑपोजिट होंगे ठीक है ते देयरफॉर इतो जे बुलेट दा मोमेंटम लिखना हो एक बुलेट दा मोमेंटम m1 v1 आ ते इदां दियां आपां n बुलेट फायर कीतियां जिन्ना इना दा मिला के मोमेंटम आ ते उन्ना ही टाइगर दा मोमेंटम यानी m2 into v2 आ कंडीशन क्लियर आ यस सर सो इथों नंबर ऑफ बुलेट्स काट दो ओदा फार्मूला m2 v2 ओवर m1 v1 आ जाएगा हो जू यस सर 80 आ गया Yes, sir. हाँ जी तू कुछ बोल लगे सी अनुपम क्या सर कुछ कहने लगे सी सर इक्वेशन बोलने लगा था जो बनाई थी ओके आही है सेम यस सर सेम ही थी सर n m1 v1 is equal to m2 v2 बिल्कुल चलो 17th हैगा न्यूमेरिकल ਤੁਹਾਡੇ ਕੋਲ a man weighing 60 kilogram runs along the rails with a velocity of 18 km per hour and jump into a car of mass 1 quintal standing on the rails ठीक है calculate the velocity with which the कहना जी car will start traveling along the rails उस जे थोड़ा जिहा क्वेश्चन ਨੂੰ ਧਿਆਨ ਨਾਲ ਸਮਝਿਓ ਉਹਨੇ ਇਹ ਕਿਹਾ ਵਾ ਮੰਨ ਲਓ ਰੇਲਵੇ ਟਰੈਕ ਦੇ ਉੱਪਰ ਤੁਹਾਡੇ ਕੋਲ ਐਸਐਚ ਰੇਲਵੇ ਟਰੈਕ ਦੇ ਉੱਤੇ ਇੱਕ ਕੋਈ ਓਪਨ ਕਾਰ ਖੜੀ ਹੈ ਠੀਕ ਹੈ ਰੇਲਵੇ ਟਰੈਕ ਦੇ ਉੱਪਰ ਕੋਈ ਓਪਨ ਕਾਰ ਖੜੀ ਆ ਉਹਨੇ ਕਿਹਾ ਜੀ ਐਸਐਚ ਇਨੀਸ਼ੀਅਲੀ ਆਪਣੇ ਕੋਲ ਕੰਡੀਸ਼ਨ ਇਹ ਗਿਵਨ ਆ ਮੈਨ ਜਿਹਦਾ weight 6 ਮਾਸ ਜਿਹੜਾ 60 ਕਿਲੋਗ੍ਰਾਮ ਆ ਉਹ ਰੇਲ ਦੇ ਅਲੋਂਗ ਰੇਲਸ ਵਰਡ ਟਰੈਕ ਲਈ ਯੂਜ਼ ਹੋਇਆ ਠੀਕ ਹੈ ਰੇਲ ਲਾਈਨ ਜਿਹੜੀ ਹੈਗੀ ਉਹਦੇ ਲਈ ਅਸੀਂ ਵਰਡ ਜਿਹੜਾ ਰੇਲਸ ਲਿਖਿਆ ਵਾ ਉਹ ਕਹਿੰਦਾ ਜੀ ਜਿਹੜਾ ਮੈਨ ਹੈਗਾ 60 ਕਿਲੋਗ੍ਰਾਮ ਦਾ ਉਹ ਰੇਲ ਟਰੈਕ ਦੇ ਨਾਲ ਨਾਲ ਦੌੜਦਾ ਪਿਆ with a velocity of 18 km per hour then he jump into the open car ਜਿਹਦਾ ਮਾਸ ਮੇਰੇ ਕੋਲ ਦਿੱਤਾ ਉਹਨੇ 1 ਕੁਇੰਟਲ ਔਰ ਉਹ ਸਟੈਂਡਿੰਗ ਔਨ ਦਾ ਰੇਲਸ ਆ ਯਾਨੀ ਇਨੀਸ਼ੀਅਲੀ ਉਹ ਓਪਨ ਕਾਰ ਜਿਹੜੀ ਆ ਉਹ ਕਿਹੜੀ ਸਟੇਟ 'ਚ ਆ ਉਹ ਰੈਸਟ ਦੀ ਸਟੇਟ 'ਚ ਆ है ना ਇਹਦਾ ਮਤਲਬ ਸਟਾਰਟਿੰਗ ਵੇਰੀਏਬਲ ਲਈਏ ਤੇ ਆਪਣੇ ਕੋਲ ਸਟਾਰਟਿੰਗ ਵੇਰੀਏਬਲ ਕਿਹੜੇ ਕਿਹੜੇ ਬਣਦੇ ਪਏ ਇੱਕ ਮਾਸ ਆਫ ਪਰਸਨ ਆ ਗਿਆ 60 ਕਿਲੋਗ੍ਰਾਮ ਤੇ ਪਰਸਨ ਦੇ ਇਨੀਸ਼ੀਅਲ ਵੈਲੋਸਿਟੀ ਗਿਵਨ ਆ ਠੀਕ ਆ ਪਰਸਨ ਦੌੜਦਾ ਪਿਆ ਸੀ ਆਪਣੇ ਕੋਲ 18 ਕਿਲੋਮੀਟਰ ਪਰ ਆਵਰ मीटर पर सेकंड बनाने हैं की करेंगे 5 by 18. into 5 by 18. 5 by 18 यानी 5 by 18 mean 5 मीटर पर सेकंड ਉਹਦੀ ਇਨੀਸ਼ੀਅਲ ਵੈਲੋਸਿਟੀ ਆ ਗਈ ਉਹਨੇ ਜੰਪ ਕੀਤਾ ਇਸ ਪਰਸਨ ਨੇ ਕਹਿੰਦਾ ਜੀ ਕਿ ਟਰਾਲੀ ਦੇ ਅੰਦਰ ਠੀਕ ਆ ਜਿਹਦਾ ਮਾਸ ਮੇਰੇ ਕੋਲ 1 ਕੁਇੰਟਲ ਆ 1 ਕੁਇੰਟਲ ਕਿੰਨਾ ਹੋ ਗਿਆ 100 kg. 100 kg 100 kg ठीक है और इनिशियली एक केडी स्टेट चा ट्रॉली जेडी आ वो हां रेस्ट ते मतलब एदी इनिशियल वेलोसिटी 0 आ गई क्लियर है वेरिएबल Yes, sir. ਹੁਣ ਉਹਨੇ ਕੁਐਸਚਨ 'ਚ ਕਿਹਾ ਕਿ ਜਦੋਂ ਇਸ ਪਰਸਨ ਨੇ ਇਸ ਟਰਾਲੀ ਦੇ ਉੱਤੇ ਜੰਪ ਕਰ ਲਿਆ ਹਨਾ
ਤੇ ਇਸ ਮੂਵਮੈਂਟ ਤੇ ਇਹ ਸਿਸਟਮ ਆਫ ਮੈਨ ਐਂਡ ਟਰਾਲੀ, ਇਹ ਜਿਹੜਾ ਸਿਸਟਮ ਬਣ ਗਿਆ ਇਹ ਕੰਬਾਈਨਡ ਮੂਵ ਕਰਦਾ ਪਿਆ। ਤੇ ਪੁੱਤ ਜਦੋਂ ਇਹ ਦੋਨੋਂ ਚੀਜ਼ਾਂ ਕੰਬਾਈਨਡ ਮੂਵ ਕਰਦੀਆਂ, ਉਹਨੇ ਕਿਹਾ ਜੇ ਇਹਦੀ ਕੰਬਾਈਨਡ ਮੂਵ ਕਰਨ ਦੀ ਵੈਲੋਸਿਟੀ ਕੱਢੋਗੇ ਨਾ ਜੀ ਕਿੰਨੀ ਆਏਗੀ। ਜਿਹੜੀ ਤੁਸੀਂ ਸਿਸਟਮ ਦੀ ਵੈਲੋਸਿਟੀ ਕੱਢਣੀ ਆ, ਜੇ ਮੈਂ ਫਿਗਰ ਵਾਈਜ਼ ਬੋਲਾਂ ਤੇ ਆਹ ਚੀਜ਼ ਆਪਣੀ ਬਣ ਗਈ ਕਿ ਵੀ ਇਸ ਟਰੈਕ ਦੇ ਅੰਦਰ ਇਸ ਦੇ ਅੰਦਰ ਮੇਰੇ ਕੋਲ ਇਹ ਆਪਣੇ ਆਪ ਚ ਦੋਨੋਂ ਮਿਲ ਕੇ ਜਦੋਂ ਮੂਵ ਕਰਦੇ ਪਏ ਆ ਤੇ ਇਹਨਾਂ ਦੀ ਕਾਮਨ ਵੈਲੋਸਿਟੀ ਸੀ v ਮੰਨ ਲਈ। ਕਲੀਅਰ ਆ? Yes, sir. Yes, sir. ਕੰਡੀਸ਼ਨ ਦੱਸੋ ਆਪਾਂ ਕਿਹੜੀ ਸੋਚੀਏ ਜਿੰਨਾ ਆਪਾਂ ਇਹਦੀ ਐਸਾ ਚੀਜ਼ ਫਾਈਨਲ ਵੈਲੋਸਿਟੀ ਨੂੰ ਕੱਢ ਪਾਈਏ। ਕਿਹੜੀ ਕੰਡੀਸ਼ਨ ਸੋਚੀਏ ਜੀ ਜਿੰਨਾ ਆਪਾਂ ਇਹਦੀ ਕਾਮਨ ਵੈਲੋਸਿਟੀ v ਕੱਢ ਸਕੀਏ ਬੇਟਾ? कोई बोलो कोई है ना है? The principle of conservation of linear momentum लगा सकते हैं सर। हाँ बिल्कुल लगा सकते। सर इनिशियल मोमेंटम को इन दोनों को मासेस पे फाइनल मोमेंटम के साथ इक्वेट कर देंगे। वेरी गुड, बिल्कुल ठीक। ਆਪਾਂ ਜਿੰਨਾ ਦੋਨਾਂ ਦਾ ਮਿਲਾ ਕੇ ਇਨੀਸ਼ੀਅਲ ਮੋਮੈਂਟਮ ਆ ਤੇ ਜਿੰਨਾ ਦੋਨਾਂ ਦਾ ਮਿਲਾ ਕੇ ਫਾਈਨਲ ਮੋਮੈਂਟਮ ਆ ਉਹ ਬੇਟਾ ਆਪਾਂ ਇਕੁਏਟ ਕਰ ਸਕਦੇ। Yes. ਇਹਦਾ ਮਤਲਬ ਜਿਹੜੀ ਇੱਥੇ ਕੰਡੀਸ਼ਨ ਲੱਗੀ ਉਹ ਆਪਣੇ ਕੋਲੇ ਆ ਜਾਏਗੀ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਠੀਕ ਆ, ਟੋਟਲ ਮੋਮੈਂਟਮ ਆਫ, ਇੱਕ ਵਾਰੀ ਇਹਨੂੰ ਵਰਡ ਲਿਖਦਾ ਪਿਆ, ਟੋਟਲ ਮੋਮੈਂਟਮ ਆਫ ਮੈਨ ਪਲੱਸ ਟਰਾਲੀ। ਠੀਕ ਆ, ਇਹਨਾਂ ਦੋਨਾਂ ਦਾ ਜਿਹੜਾ ਟੋਟਲ ਮੋਮੈਂਟਮ ਇੱਕ ਪਾਸੇ ਲਿਖ ਦੋ ਬਿਫੋਰ ਜੰਪਿੰਗ, ਜੰਪ ਕਰਨ ਤੋਂ ਪਹਿਲਾਂ ਜਿੰਨਾ ਟੋਟਲ ਮੋਮੈਂਟਮ ਆ, ਤੇ ਦੂਜੇ ਪਾਸੇ ਆਫਟਰ ਜੰਪਿੰਗ, ਜੰਪ ਕਰਨ ਤੋਂ ਬਾਅਦ ਦੋਨਾਂ ਦਾ ਜਿੰਨਾ ਮਿਲਾ ਕੇ ਟੋਟਲ ਮੋਮੈਂਟਮ ਆ। ਇਹ ਕਹਿੰਦਾ ਜੀ ਆਪਸ ਇਕੁਅਲ ਆ। ਕੀ ਆ ਲਾਈਨ ਸਮਝ ਆਈ? Yes, sir. Yes. Yes, sir. Therefore ਆਪਣੇ ਕੋਲ ਆ ਗਿਆ m1 u1 plus m2 u2 equal to m1 v plus m2 v। ਠੀਕ ਹੈ ਨਾ, ਦੋਨਾਂ ਦੇ ਵੈਲੋਸਿਟੀ ਬਾਅਦ ਚੋਂ ਸੇਮ ਰਹਿਣੀ ਆ ਕਿਉਂਕਿ ਪਰਸਨ ਤੇ ਟਰਾਲੀ ਕੰਬਾਈਨਡ ਮੂਵ ਕਰਦੇ ਪਏ ਆ, ਇਸ ਲਈ ਮੋਮੈਂਟਮ ਆਫ ਪਰਸਨ ਤੇ ਮੋਮੈਂਟਮ ਆਫ ਟਰਾਲੀ ਮਿਲਾ ਕੇ ਜਿੰਨਾ ਟੋਟਲ ਹੋਏਗਾ ਆਫਟਰ ਕਹਿੰਦਾ ਜੀ ਜੰਪਿੰਗ ਤੇ ਬਿਫੋਰ ਜੰਪਿੰਗ ਇਕੁਅਲ ਹੋ ਜੂ। Yes, sir. ਇਥੋਂ ਜੇ ਮੈਂ v ਕੱਢ ਲਵਾਂ ਹਨਾ, u2 ਆਪਣਾ 0 ਆ ਬੇਟਾ। ਠੀਕ ਹੈ, ਇਹ ਮਤਲਬ ਇਧਰੋਂ ਆਪਣੀ ਟਰਮ ਰਹੇਗੀ m1 u1 ਓਵਰ ਕਹਿੰਦਾ ਜੀ m1 plus m2। ਆ ਫਾਈਨਲ ਫਾਰਮੂਲਾ ਬਣੇਗਾ। m1 ਆਪਣੇ ਕੋਲ ਗਿਵਨ ਆ 60 ਕਿਲੋਗ੍ਰਾਮ, u1 ਆਪਣੇ ਕੋਲ ਗਿਵਨ ਆ 5 ਹੈਗਾ, m1 ਆਪਣੇ ਕੋਲ m2 ਆਪਣੇ ਕੋਲ ਇਹ ਵੇਰੀਏਬਲ ਹੈਗੇ ਆ। ਇਹ ਪੁੱਟ ਅਪ ਕਰ ਲਓ ਤੇ ਆਪਣੀ ਵੈਲੋਸਿਟੀ ਆ ਜੂ। Yes, sir. Yes, sir. ਇੰਨਾ ਸਮੇਂ ਲੱਗਿਆ? Yes, sir. ਹਾਂਜੀ ਸਰ। ਚਲੋ ਦੋ ਨੂਮੈਰੀਕਲ ਦੇ ਰਿਹਾ। ਠੀਕ ਹੈ ਜੀ, ਟਰਾਈ ਕਰਿਓ ਤੁਸੀਂ ਨੂਮੈਰੀਕਲ ਟਰਾਈ ਕਰਨਾ ਜੀ। Okay, sir. ਮੈਂ ਇਹ ਦਿੱਤੇ ਤਾਂ ਹੈ ਹੀ ਨਹੀਂ ਹੋਰ। Sir, दे दो, मैं ऐसे कर रहा हूँ करने। ਇੱਕ 18 ਤੇ ਇੱਕ 19th ਨਹੀਂ ਕਰਨਾ, ਇਹ ਦਿਮਾਗ 'ਚ ਰੱਖਿਓ। 19 ਰੌਕਟ ਪ੍ਰੋਪਲਸ਼ਨ ਦਾ ਨੂਮੈਰੀਕਲ ਆ, ਉਹ ਰਹਿਣ ਦਿਓ ਬੇਟਾ, ਉਹ ਨਹੀਂ ਕਰਨਾ। ਇੱਕ 18th ਨੂਮੈਰੀਕਲ ਕਰੋਗੇ। 18 ਚ ਰੌਕਟ ਵਰਡ ਹੈਗਾ ਪਰ ਉਹ ਰੌਕਟ ਪ੍ਰੋਪਲਸ਼ਨ ਨਹੀਂ ਹੈਗਾ। ਠੀਕ ਹੈ, ਉਸ ਤੋਂ ਬਿਨਾਂ ਹੀ ਹੋ ਜਾਣਾ। ਇੱਕ 18th ਨੂਮੈਰੀਕਲ ਟਰਾਈ ਕਰਿਓ ਔਰ ਇੱਕ ਟਰਾਈ ਕਰ ਲਿਓ ਤੁਸੀਂ ਆਪਾਂ ਉੱਪਰਲੇ ਦੋ ਟਰਾਈ ਕੀਤੇ ਸੀਗੇ 9 10th ਜਿਹੜੇ ਸੀ। Yes, sir. Yes. ਚਲੋ ਤੁਸੀਂ ਆਪਣੀ ਬੁੱਕ ਚੋਂ ਪ੍ਰੈਕਟਿਸ ਕਰਿਓ, ਇਹ ਮੈਂ ਹੀ ਕੱਲ ਕਰਾਉਂਗਾ ਤੁਹਾਨੂੰ। ਠੀਕ ਹੈ, ਸ਼ੀਟ ਵਾਲੇ ਮੈਂ ਹੀ Okay, ਕਰਾਉਂਗਾ। sir. ਓਕੇ ਬੇਟਾ। Thank you, sir.